ਹੁਸ਼ਿਆਰਪੁਰ। ਮਹਿਕਮਾ ਮਾਲੀਆ ਮੁੜ ਵਸੇਬਾ ਅਤੇ ਆਫਤ ਪ੍ਰਬੰਧਨ। ਪਾਣੀ ਦੇ ਸੋਮਿਆਂ ਬਾਰੇ ਜਲ ਸਪਲਾਈ ਅਤੇ ਜਲ ਨਿਕਾਸੀ। समाज सेवा के खेत्र चो सियासत विच कदम रखने वाले ब्रह्म शंकर जिंपा ने सियासी सफर की शुरुआत स्थानक सरकारां वालियां जंगा जित के की। सनतकार होने के नाल-नाल समाज के लिए अपने फर्ज नूं मानवता मंदिर ट्रस्ट के प्रधान के ओहदे ते रह के निभाण वाले जिंपा 2022 दी चोणां विच शानदार जित दर्ज करके भगवंत मान कैबिनेट विच 4 मंत्रालयां की जिम्मेवारी सांभ रहे हैं। सुनहरा पंजाब के मंच से स्वागत करते हैं कैबिनेट मंत्री ब्रह्म शंकर जिंपा दा। I now request our deputy news editors Vijay Pal Barad and Gagandeep Chauhan to please escort the honorable minister on the stage. ब्रह्म शंकर जिंपा जी 4 बार काउंसलर रहे ने, PSIDC के वाइस चेयरमैन रह चुके ने। इस बार ਦੀਆਂ ਚੋਣਾਂ 'ਚ ਹੁਸ਼ਿਆਰਪੁਰ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ ਤੇ ਰੈਵਨਿਊ, ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਜ਼ਿੰਮੇਵਾਰੀ ਮਿਲੀ ਹੈ। ਓਵਰ ਟੂ ਯੂ ਵਿਜੇ ਐਂਡ ਗਗਨ। सरकार ਦੇ ਰੈਵਨਿਊ ਮਿਨਿਸਟਰ ਔਰ ਜਲ ਸਪਲਾਈ ਸੈਨੀਟੇਸ਼ਨ ਵੀ ਡਿਪਾਰਟਮੈਂਟ ਇਹਨਾਂ ਕੋਲ ਹੈ ਕਿਉਂਕਿ ਫੋਕਸ ਸਾਡਾ ਹੈ ਸੁਨਹਿਰਾ ਪੰਜਾਬ ਜਿਵੇਂ ਅਸੀਂ ਨਾਮ ਦਿੱਤਾ ਇਸ ਪ੍ਰੋਗਰਾਮ ਨੂੰ ਕਿਉਂਕਿ ਇਹ ਸਰਕਾਰ ਦਾ ਜਿਹੜਾ ਹੈ ਉਹ ਇੱਕ ਕੋਟ ਹੈ ਕਿ ਅਸੀਂ ਪੰਜਾਬ ਨੂੰ ਸੁਨਹਿਰਾ ਪੰਜਾਬ ਬਣਾਉਣਾ ਹੈ ਪਰ ਉਸ ਦੇ ਲਈ ਬੜਾ ਲੰਬਾ ਰਾਹ ਤੈਅ ਕਰਨਾ ਹੈ। ਬਹੁਤ ਕੁਝ ਹਰਡਲਸ ਨੇ, ਬੜੀਆਂ ਸਾਰੀਆਂ ਦਿੱਕਤਾਂ ਨੇ, ਕਿਵੇਂ ਉਹਨਾਂ ਨੂੰ ਦੂਰ ਕੀਤਾ ਜਾਊਗਾ। ਥੋੜੀ ਦੇਰ ਪਹਿਲਾਂ ਅਸੀਂ ਫਾਈਨਾਂਸ ਬਾਰੇ ਗੱਲਬਾਤ ਕਰ ਰਹੇ ਸੀ ਕਿ ਉੱਥੋਂ ਨਿਕਲ ਕੇ ਅਗਲੀ ਰਾਹ ਬਣਦੀ ਹੈ ਹਰੇਕ ਡਿਪਾਰਟਮੈਂਟ ਦੀ। ਸੋ ਇੱਕ ਇੱਕ ਕਰਕੇ ਸਾਡੇ ਨਾਲ ਸਾਰੇ ਪੰਜਾਬ ਸਰਕਾਰ ਦੀ ਪੂਰੀ ਕੈਬਨਿਟ ਜੁੜੇਗੀ ਔਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਰਵਾਂਗੇ। ਬ੍ਰਹਮ ਸ਼ੰਕਰ ਜਿੰਪਾ ਜੀ ਜੁੜੇ ਨੇ, ਬਹੁਤ ਬਹੁਤ ਸਵਾਗਤ ਹੈ ਸਰ। ਮਾਈਕ ਲੈ ਲਓ। ਸੋ ਬਹੁਤ ਸ਼ੁਕਰੀਆ ਨਿਊਜ਼ 18 ਦਾ ਕਰਦਾ ਮੈਂ। ਵੈਲਕਮ ਸਰ। ਸੋ ਜਿੰਪਾ ਜੀ ਸ਼ੁਰੂਆਤ ਮੈਂ ਇੱਥੋਂ ਹੀ ਕਰੂੰਗਾ। ਅਸੀਂ ਹੁਣੇ ਗੱਲਬਾਤ ਕਰ ਰਹੇ ਸੀ ਆਪਣੇ ਫਾਈਨਾਂਸ ਮਿਨਿਸਟਰ ਸਾਹਿਬ ਨਾਲ ਔਰ ਕਾਫੀ ਚੀਜ਼ਾਂ ਉਹਨਾਂ ਨੇ ਦੱਸੀਆਂ, ਚੈਲੰਜਸ ਬਹੁਤ ਨੇ। ਤੁਸੀਂ ਮਹਿਕਮਾ ਸੰਭਾਲਿਆ ਔਰ ਤੁਹਾਡਾ ਮਹਿਕਮਾ ਬੜੀ ਜ਼ਾਹਿਰ ਜੀ ਗੱਲ ਹੈ ਪੰਜਾਬ ਦੀ ਆਰਥਿਕਤਾ ਦਾ ਜਦੋਂ ਜ਼ਿਕਰ ਹੁੰਦਾ ਤਾਂ ਰੈਵਨਿਊ ਡਿਪਾਰਟਮੈਂਟ ਮਾਲ ਮਹਿਕਮਾ ਮਤਲਬ ਇੱਕ ਐਸਾ ਮਹਿਕਮਾ ਕਹਿੰਦੇ ਉਹਦੇ ਵਿੱਚ ਪੈਸਾ ਬਹੁਤ ਹੈ। ਜਿਹੜੇ ਵੀ ਇਸ ਮਹਿਕਮੇ ਦੇ ਨਾਲ ਜੁੜੇ ਨੇ ਉਹ ਤੇ ਬਹੁਤ ਅਮੀਰ ਹੋ ਜਾਂਦੇ ਆ ਪਰ ਸਰਕਾਰ ਅਮੀਰ ਨਹੀਂ ਹੁੰਦੀ। ਤੁਹਾਨੂੰ ਲੱਗਦਾ ਹੈ? ਬਿਲਕੁਲ ਕਾਫੀ ਹੱਦ ਤੱਕ ਤੁਸੀਂ ਬੜੀ ਵਾਜਬ ਗੱਲ ਕਹੀ ਹੈ ਮੈਂ ਕਹਿ ਸਕਦਾ। ਔਰ ਜਦੋਂ ਮੈਨੂੰ ਡਿਪਾਰਟਮੈਂਟ ਅਨਾਉਂਸ ਹੋਇਆ ਜੀ ਤੇ ਮੈਂ ਸੋਚ ਸਕਦਾ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਔਰ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਦਾ ਵੀ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਸੀ ਜੀ ਔਰ ਮੈਨੂੰ ਇੱਕ ਮਹਿਕਮਾ ਦਿੱਤਾ। ਇਹਦੇ ਵਿੱਚ ਵੀ ਬੜੇ ਚੈਲੰਜ ਸੀਗੇ ਕਿਉਂ ਪੁਰਾਣੀਆਂ ਸਰਕਾਰਾਂ ਨੇ ਕੁਝ ਰਵਾਇਤਾਂ ਕਾਇਮ ਰੱਖੀਆਂ ਸੀ ਇਹਦੇ ਵਿੱਚ ਬਹੁਤ ਸਾਰੀਆਂ। ਉਹ ਜਿਹੜੇ ਥੱਲੇ ਜਿੰਨੇ ਵੀ ਆਫੀਸਰ ਸਾਹਿਬਾਨ ਸੀਗੇ ਉਹਦਾ ਹੀ ਕੰਮ ਕਰਦੇ ਆ ਰਹੇ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਇਦਾਂ ਕੰਮ ਚੱਲਦਾ ਰਹਿਣਾ ਸਾਡਾ। ਵਾਟ ਇਜ਼ ਇੱਕ ਵੱਡੀ ਚੇਂਜ ਦੀ ਲੋੜ ਸੀ, ਬਹੁਤ ਬੜੀ ਇਮਾਨਦਾਰੀ ਦੀ ਲੋੜ ਸੀ। ਸੋ ਸਰਕਾਰ ਦਾ ਫੋਕਸ ਇਮਾਨਦਾਰੀ ਤੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਔਰ ਕਾਫੀ ਹੱਦ ਤੱਕ ਅਸੀਂ ਇਹਨੂੰ ਇਸ 3 ਮਹੀਨੇ ਦੇ ਛੋਟੇ ਕਾਰਜਕਾਲ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਕਾਫੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਆ। ਉਹਨਾਂ ਨੂੰ ਮੈਸੇਜ ਲੱਗ ਗਿਆ। ਪਹਿਲਾਂ ਤਹਿਸੀਲਾਂ 'ਚ ਮੈਸੇਜ ਦਿੱਤਾ ਗਿਆ। ਮੈਂ 2-3 ਜਗ੍ਹਾ ਤੇ ਖੁਦ ਗਿਆ, ਤਹਿਸੀਲਾਂ ਚੈੱਕ ਕਰਨ ਗਿਆ। ਮੋਗੇ ਤਹਿਸੀਲ 'ਚ ਗਿਆ, ਮੋਹਾਲੀ ਤਹਿਸੀਲ 'ਚ ਗਿਆ ਔਰ ਇੱਕ ਗੱਲ ਉਹਨਾਂ ਨੂੰ ਇਨਸ਼ੋਰ ਕੀਤਾ ਵੀ ਤੁਹਾਨੂੰ ਅਸੀਂ ਕਿਸੇ ਨੂੰ ਡਰਾਉਣ ਨਹੀਂ ਆਏ, ਤੁਹਾਨੂੰ ਸਮਝਾਉਣ ਆਏ ਆ। ਠੀਕ ਹੈ। ਸਰਕਾਰ ਦਾ ਮੰਤਵ ਦੱਸਣ ਆਏ ਆ, ਸਰਕਾਰ ਕਿਸ ਕਰਕੇ ਲੋਕਾਂ ਨੇ ਚੁਣੀ ਹੈ, ਉਹ ਕੀ ਆਸ ਔਰ ਵਿਸ਼ਵਾਸ ਔਰ ਕੀ ਸਾਡੀ ਪਾਰਟੀ ਦੀ ਆਈਡੀਓਲੋਜੀ ਹੈ ਉਹਨੂੰ ਤੁਹਾਨੂੰ ਦੱਸ ਦਿੰਦੇ ਆ, ਉਹਦੇ ਮੁਤਾਬਿਕ ਕੰਮ ਕਰੋ। ਲੇਕਿਨ ਉਹਦੇ ਬਾਵਜੂਦ ਵੀ ਇਹ ਬੜੀਆਂ ਚੀਜ਼ਾਂ ਲੋਕਾਂ ਨੂੰ ਸ਼ਾਇਦ ਉਹਨਾਂ ਨੂੰ ਕਈ ਅਫਸਰ ਸਮਾਨ ਨੂੰ ਟਾਈਮ ਲੱਗਦਾ। ਉਹਦੇ ਵਿੱਚ ਫਿਰ ਜਿੱਦਾਂ ਕੋਈ ਬਿਨਾਂ NOC ਤੋਂ ਰਜਿਸਟਰੀਜ਼ ਹੋ ਰਹੀਆਂ ਸੀ ਉਹ ਫਿਰ 3 ਤੋਂ 4 ਜਿਹੜੇ ਵੀ ਆਫੀਸਰ ਜਿੱਥੇ ਆਪਾਂ ਚੈਕਿੰਗ ਕਰਾਉਣ ਦੀ ਕੋਸ਼ਿਸ਼ ਸੀ ਉੱਥੇ ਉਹ ਸਾਹਮਣੇ ਆਏ, ਉਹਨਾਂ ਨੂੰ ਆਪਾਂ ਫੌਰੀ ਤੌਰ ਤੇ ਸਸਪੈਂਡ ਕੀਤਾ। ਪਹਿਲੀ ਗੱਲ ਤਾਂ ਇਹ ਸੀ। ਔਰ ਜਿੱਥੇ ਤੱਕ ਤੁਸੀਂ ਰੈਵਨਿਊ ਦੀ ਗੱਲ ਕੀਤੀ ਹੈ ਮੈਂ ਇਹ ਕਹਿ ਸਕਦਾ ਵੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਦੀ ਇੱਕ ਵੱਡੀ ਰੈਵਨਿਊ ਦੇ ਵਿੱਚ ਵੀ ਪ੍ਰਾਪਤੀ ਜਿਹੜੀ ਸੀ 3 ਮਹੀਨੇ ਦਾ ਆਪਾਂ ਡਾਟਾ ਚੈੱਕ ਕਰੀਏ ਜੀ ਤੇ ਤਕਰੀਬਨ ਸਾਡੇ ਕੋਲ
ਟੋਟਲ 33-34% ਦੀ ਜਿਹੜਾ ਪਿਛਲੇ ਸਾਲ ਦੇ ਮੁਕਾਬਲੇ ਕਲੈਕਸ਼ਨ ਵਧੀ ਹੈ, ਗਰੋਥ ਹੋਈ ਹੈ, ਮੁਕਾਬਲੇ ਕਲੈਕਸ਼ਨ ਵਧੀ ਹੈ, ਗਰੋਥ ਹੋਈ ਹੈ। ਕਿਉਂਕਿ ਇਹਦੇ ਹਾਲ ਤੱਕ ਕੀ ਇਹਦੇ ਵਿੱਚ ਇੱਕ ਬਹੁਤ ਵੱਡੀਆਂ ਸਮੱਸਿਆ ਸੀਗੀਆਂ, ਕੋਈ ਐਨਓਸੀ ਦਾ ਕੋਈ ਮੁੱਦੇ ਸੀਗੇ ਵਿੱਚ, ਉਹਦੇ ਬਾਵਜੂਦ ਵੀ ਜਿਹੜੀ ਗਰੋਥ ਹੈ ਇੱਕ ਸਫੀਸ਼ੀਐਂਟ ਗਰੋਥ ਆਪਾਂ ਮੰਨ ਕੇ ਚੱਲੇ ਹਾਂ। ਔਰ ਪਿਛਲੀਆਂ ਸਰਕਾਰਾਂ ਦੇ ਜਾਂ ਪਿਛਲੇ ਆਪਾਂ ਉਹਨੂੰ ਲੈ ਕੇ ਚੱਲੇ ਵੀ ਆਪਾਂ 1000 ਤੋਂ 1500 ਕਰੋੜ ਰੁਪਏ ਦਾ ਰੈਵਨਿਊ ਜਿਹੜਾ ਹੈ ਸਰਕਾਰ ਦੇ ਵਿੱਚ ਹੋ ਸਕਦਾ ਜ਼ਿਆਦਾ ਵਧਾਉਣ ਦੀ ਕੋਸ਼ਿਸ਼ ਕਰੀਏ, ਲੇਕਿਨ ਇੰਨਾ ਟਾਰਗੇਟ ਅਸੀਂ ਮੰਤਵ ਜਿਹੜਾ ਆਪਣਾ ਡੈਸਟੀਨੇਸ਼ਨ ਜਿਹੜਾ ਦਿੱਤਾ ਅਚੀਵਮੈਂਟ ਦਾ ਆਪਣੇ ਆਫੀਸਰ ਸਾਹਿਬ ਪਰ ਈਅਰ 1000 ਤੋਂ 1500 ਹਾਂ ਵਾਧੂ ਆਏਗਾ ਪਿਛਲੀ ਸਰਕਾਰ ਦੇ ਨਾਲੋਂ। ਜੇ ਪਿਛਲੀ 'ਚ 25-2700 ਕਰੋੜ ਰੁਪਈਆ ਆਇਆ ਤਾਂ ਇਹਦੇ 'ਚ ਆਪਾਂ 4,500 ਕਰੋੜ ਦਾ ਤਾਂ ਡੈਸਟੀਨੇਸ਼ਨ ਲੈ ਕੇ ਚੱਲੇ ਆ, ਵੱਧ ਕੀ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਸਰ ਜਿਹੜੀ ਗੱਲ ਕੀਤੀ, ਚਲੋ ਮੈਂ ਇੱਕ ਵਾਰੀ ਥੋੜਾ ਜਿਹਾ ਉੱਥੇ ਹੀ ਫੋਕਸ ਰਹਿਣਾ ਚਾਹਣਾ ਹੈ ਕਿ ਤੁਸੀਂ ਸਖਤ ਸੰਦੇਸ਼ ਦੀ ਗੱਲ ਕੀਤੀ ਕਿ ਅਸੀਂ ਸਖਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਪ੍ਰੋਟੈਸਟ ਹੁੰਦੇ ਹੈ, ਇਕੱਠੇ ਹੋ ਜਾਂਦੇ ਆ ਲੋਕ, ਤੁਹਾਨੂੰ ਆਪਣੇ ਡਿਸੀਜਨ ਵਾਪਸ ਲੈਣੇ ਪੈਂਦੇ ਆ, ਕਿਸੇ ਨੂੰ ਸਸਪੈਂਡ ਕਰਤਾ, ਕਿਸੇ ਦੇ ਖਿਲਾਫ ਪਰਚਾ ਦਰਜ ਹੋ ਗਿਆ, ਫਿਰ ਤੁਸੀਂ ਮੀਟਿੰਗ ਕਰਦੇ ਹੋ, ਫਿਰ ਮਤਲਬ ਹਾਲੇ ਤੱਕ ਮੈਂ ਆਮ ਲੋਕਾਂ ਦੇ ਪ੍ਰਭਾਵ ਦੀ ਗੱਲ ਕਰਦਾ, ਅਸੀਂ ਲੋਕਾਂ ਨਾਲ ਵਿਚਰਦੇ ਹਾਂ, ਸਾਨੂੰ ਬਹੁਤ ਫੋਨ ਕਾਲਸ ਮੈਸੇजेस ਆਉਂਦੇ ਆ। ਅੱਜ ਵੀ ਬਹੁਤ ਸਾਰੇ ਮੈਸੇजेस ਆਏ ਕਿ ਜੇ ਇਹ ਮੰਤਰੀ ਸਾਹਿਬ ਤੁਹਾਡੇ ਨਾਲ ਜੁੜਨਗੇ ਤਾਂ ਇਹ ਸਵਾਲ ਜ਼ਰੂਰ ਪੁੱਛਿਓ ਕਿ ਤਹਿਸੀਲਾਂ ਦੇ ਵਿੱਚ ਹਾਲੇ ਬਹੁਤ ਕੁਝ ਬਦਲਿਆ ਨਹੀਂ ਹੈ, ਔਰ ਕਿਤੇ ਨਾ ਕਿਤੇ ਅੰਡਰ ਪ੍ਰੈਸ਼ਰ ਚੀਜ਼ਾਂ ਹਾਲੇ ਵੀ ਨੇ ਕਿ ਕੱਲ ਨੂੰ ਕਿਸੇ ਦੇ ਖਿਲਾਫ ਤੁਸੀਂ ਕਾਰਵਾਈ ਕਰਤੀ ਹੋ, ਫਿਰ ਇਕੱਠੇ ਹੋ ਕੇ ਧਰਨਾ ਲਾ ਦੇਣਗੇ, ਕੰਮ ਬੰਦ ਆਉਣਗੀਆਂ, ਔਰ ਫਿਰ ਤੁਹਾਨੂੰ ਉਹਨਾਂ ਦੀ ਗੱਲ ਮੰਨਣੀ ਪਏਗੀ। ਦੇਖੋ ਜਿੱਥੇ ਵੀ ਇਦਾਂ ਦੇ ਮਸਲੇ ਸਾਡੇ ਸਾਹਮਣੇ ਆਏ ਆ, ਮੀਟਿੰਗ ਇਸ ਕਰਕੇ ਕਿ ਜਦੋਂ ਇਹ ਧਰਨਾ ਲਾਉਂਦੇ ਆ ਜੀ, ਇਹਨਾਂ ਨੂੰ ਅਸੀਂ ਦੋ ਤੋਂ ਤਿੰਨ ਮੀਟਿੰਗਸ ਅਸੀਂ ਇਹਨਾਂ ਨਾਲ ਉੱਦਾਂ ਵੀ ਪਲਾਨ ਕੀਤੀਆਂ, ਈਵਨ ਦੈਨ ਕਿ ਸੀਐਮ ਸਾਹਿਬ ਦੇ ਨਾਲ ਵੀ ਇੱਕ ਇਹਨਾਂ ਦੀ ਮੀਟਿੰਗ ਹੋਈ। ਇਹਨਾਂ ਨੇ ਸਾਨੂੰ ਦੱਸਿਆ ਜੀ ਸਾਡੇ ਕੋਲ ਨਫਰੀ ਘੱਟ ਹੈ, ਤੇ ਇੱਕ ਬੰਦੇ ਕੋਲ ਸਰਕਲ ਜਿਹੜੇ ਆ 5 ਸਰਕਲ ਹੈ ਜੀ, ਤੇ ਅਸੀਂ 5 ਸਰਕਲ ਕਿੱਦਾਂ ਕਰੀਏ, ਇਹਨਾਂ ਨੇ ਸਾਨੂੰ ਕਿਹਾ ਅੱਜ 7 ਕਿੱਦਾਂ। ਤੁਸੀਂ ਇਹ ਦੇਖਦੇ ਆ ਵੀ ਪੁਰਾਣੀਆਂ ਸਰਕਾਰਾਂ ਦੀ ਨਲਾਇਕੀ ਕਰਕੇ ਮੈਂ ਕਹਿ ਸਕਦਾ, ਉਹਨਾਂ ਨੇ ਕਦੀ ਇਹਨਾਂ ਗੱਲਾਂ ਤੇ ਵਿਚਾਰ ਨਹੀਂ ਕੀਤਾ, ਸਵਾਏ ਉਹਨਾਂ ਦੇ ਲੀਡਰਾਂ ਨੇ ਔਰ ਉਸ ਵੇਲੇ ਰਾਜ ਕਰਨ ਵਾਲਿਆਂ ਨੇ ਆਪਣਾ ਢਿੱਡ ਭਰਨ ਤੋਂ ਇਲਾਵਾ, ਮੈਂ ਸਿੱਧਾ ਸਪਸ਼ਟ ਤੌਰ ਤੇ ਕਹਿ ਰਿਹਾ ਹੈਗਾ, ਅਗਰ ਸਾਡੇ ਕੋਲ ਇਹਨਾਂ ਨੂੰ ਕਿਉਂ ਗੱਲ ਕਰਨ ਦਾ ਮੌਕਾ ਮਿਲਦਾ, ਕਿਉਂ ਇਹ ਧਰਨੇ ਲਾਉਂਦੇ ਆ, ਇਹਨਾਂ ਦੀ ਡਿਮਾਂਡਸ ਇਹ ਹੁੰਦੀ ਆ ਵੀ ਦੇਖੋ ਸਾਨੂੰ ਪੂਰੇ ਅਧਿਕਾਰੀ ਸਾਡੇ ਕੋਲ ਨਹੀਂ ਹੈ, ਚਾਹੇ ਉਹ ਪਟਵਾਰੀਆਂ ਦੀ ਗੱਲ ਕਰੀਏ, ਕਾਨੂੰਨਗੋ ਦੀ ਗੱਲ ਕਰੀਏ। ਨਹੀਂ ਪਰ ਸਰ ਕਾਰਵਾਈ ਨੂੰ ਲੈ ਕੇ ਵੀ ਧਰਨੇ ਲੱਗੇ, ਕਿਸੇ ਪਟਵਾਰੀ ਤੇ ਕੇਸ ਦਰਜ ਹੋ ਗਿਆ, ਕਿਸੇ ਤਹਿਸੀਲਦਾਰ ਨੂੰ ਫੜ ਲਿਆ, ਫਿਰ ਧਰਨੇ ਲੱਗੇ, ਫਿਰ ਤੁਹਾਨੂੰ ਵਾਪਸ ਲੈਣੇ ਪਏ ਉਹ ਡਿਸੀਜਨ। ਬਿਲਕੁਲ ਠੀਕ ਗੱਲ ਹੈ, ਜਿਹੜਾ ਉਹ ਕੇਸ ਸੀਗਾ ਉਹਦੇ 'ਚ ਉਹਦੀ ਉਹਨਾਂ ਨੇ ਇੱਕ ਗੱਲ ਸਾਡੇ ਨਾਲ ਧਰਨਾ ਲਾਇਆ ਉਹਨਾਂ ਨੇ, ਤੇ ਲਗਾਤਾਰ ਕਿਉਂਕਿ ਲੋਕਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ, ਬਿਲਕੁਲ, ਚਾਹੇ ਕੋਈ ਬੱਚਿਆਂ ਦੇ ਕੋਈ ਡਾਕੂਮੈਂਟ ਬਣਨੇ, ਇਹਨਾਂ ਨੇ ਤਾਂ ਕਾਫੀ ਹੱਦ ਤੱਕ ਇਹਨਾਂ ਨੇ ਕਿਹਾ ਸਰਕਾਰ ਨੂੰ ਰਜਿਸਟਰੀਆਂ ਵੀ ਜੇ 2 ਦਿਨ ਵੀ ਬੰਦ ਹੋ ਜਾਣ ਜੀ ਬਹੁਤ ਮੁਸ਼ਕਲ ਖੜੀ ਇਹਨਾਂ ਨੇ ਉਹਦੇ ਤੇ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਵੀ ਸਰਕਾਰ ਬੈਕਫੁੱਟ ਤੇ ਆਏਗੀ, ਲੇਕਿਨ ਨਹੀਂ, ਸਰਕਾਰ ਬੈਕਫੁੱਟ ਤੇ ਬਿਲਕੁਲ ਨਹੀਂ ਆਈ। ਮੈਂ ਲੋਕਾਂ ਨੂੰ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ, ਸਰਕਾਰ ਦੀ ਆਈਡੀਓਲੋਜੀ ਬੜੀ ਕਲੀਅਰ ਹੈ, ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਆਈਡੀਓਲੋਜੀ ਬੜੀ ਕਲੀਅਰ ਹੈ, ਉਹਨਾਂ ਨੇ ਸਿੰਪਲ ਨਹੀਂ ਉਹਨਾਂ ਨੇ ਕਿਹਾ ਵੀ ਕੰਮ ਇਹਨਾਂ ਕੋਲ ਲਾਓ, ਕੰਮ ਅਸੀਂ ਇਹਨਾਂ ਕੋਈ ਲੈਣਾ ਜੀ, ਲੇਕਿਨ ਇਹਨਾਂ ਨੂੰ ਇਹ ਜਿਹੜਾ ਸੰਦੇਸ਼ ਹੈ ਇਹਨਾਂ ਨੂੰ ਕਲੀਅਰ ਹੈ ਵੀ ਇਹ ਇਮਾਨਦਾਰੀ ਨਾਲ ਹੀ ਕਰਨਾ ਪੈਣਾ। ਇਹ ਵੀ ਗੱਲ ਨਾਲ ਇਹ ਚਾਹੁੰਦੇ ਸੀਗੇ ਵੀ ਜੀ ਅਸੀਂ ਉਹ ਕੇਸ ਜਿਹੜਾ ਹੋਇਆ ਸੀ ਵਿਜੀਲੈਂਸ ਨੇ ਕੀਤਾ ਸੀਗਾ, ਉਹ 'ਚ ਵੀਡੀਓ ਆਈ, ਉਹਦੇ 'ਚ ਆਇਆ, ਇਕੱਠੇ ਹੋਏ, ਇੱਕ ਮੀਟਿੰਗ, ਦੂਜੀ ਮੀਟਿੰਗ, ਤੀਜੀ ਮੀਟਿੰਗ ਮੈਂ ਇਹਨਾਂ ਨੇ ਪਟਿਆਲੇ ਦੇ ਵਿੱਚ ਕੀਤੀ ਸੀ, ਉੱਥੇ ਲੋਕਲ ਐਮਐਲਏ ਸਵਾਨ ਸਾਰੇ ਮੇਰੇ ਨਾਲ ਸੀਗੇ, ਤੇ ਉਹਨਾਂ ਦੇ ਸਾਥ ਦੇ ਨਾਲ, ਉਹਨਾਂ ਦੇ ਐਮਐਲਏਆਂ ਦੇ ਸਹਿਯੋਗ ਦੇ ਨਾਲ ਆਪਾਂ ਨੂੰ ਇੱਕ ਗੱਲ ਆਤੀ। ਇਹਨਾਂ ਨੇ ਇੱਕ ਕੁਐਸਚਨ ਕਿਹਾ ਕਿ ਦੇਖੋ ਚਲੋ ਜੀ ਇਹ ਮੰਨ ਸਕਦੇ, ਇਹ ਕਹਿੰਦੇ ਜਿਹੜਾ ਇਨਵੈਸਟੀਗੇਸ਼ਨ ਆਫੀਸਰ ਹੈ ਸਾਨੂੰ ਇਹਦੇ ਤੇ ਯਕੀਨ ਨਹੀਂ, ਇਹ ਕੋਈ ਲੱਗਦਾ ਵੀ ਇਹ ਪਾਰਟੀਕੂਲਰ ਉਹਦੇ ਨਾਲ ਕੋਈ ਰੱਖਦਾ ਉਸ ਬੰਦੇ ਦੇ ਨਾਲ, ਤਾਂ ਅਸੀਂ ਕਿਹਾ ਕੋਈ ਗੱਲ ਨਹੀਂ, ਅਸੀਂ ਹੋਰ ਵੀ ਵਧੀਆ ਅਧਿਕਾਰੀ ਇਨਵੈਸਟੀਗੇਸ਼ਨ ਆਫੀਸਰ ਉਹਨਾਂ ਨਾਲ ਲਾਤਾ, ਤਾਂ ਡੈਫੀਨੇਟਲੀ ਉਹਦੀ ਰਿਪੋਰਟ ਜਿਹੜੀ ਹੈ, ਕਿਉਂਕਿ ਦੇਖੋ ਜਿੱਥੇ ਡਿਪਾਰਟਮੈਂਟ ਨੇ ਕੰਮ ਵੀ ਰਨਿੰਗ ਰੱਖਣਾ ਹੁੰਦਾ, ਇਹ ਚੀਜ਼ ਬਹੁਤ ਜ਼ਰੂਰੀ ਹੁੰਦੀ। ਪਬਲਿਕ ਵੀ ਜਦੋਂ ਸੁਵਿਧਾ ਹੁੰਦੀ ਹੈ ਪਬਲਿਕ ਵੀ ਉੱਤੇ ਕੁਐਸਚਨ ਕਰਦੀ ਹੈ, ਤੇ ਸਾਡੇ ਕੋਲ ਸਬਸਟੀਟਿਊਟ ਤਾਂ ਤੁਹਾਨੂੰ ਵੀ ਪਤਾ 3 ਮਹੀਨੇ ਦੇ ਵਿੱਚ ਸਾਰੇ ਆ ਨਹੀਂ ਸਕਦੇ, ਇਹਦੇ ਆਪਣੇ ਇੱਕ ਕਾਇਦੇ ਕਾਨੂੰਨ ਹੈ ਵੀ ਉਹਨੂੰ ਟਾਈਮ ਲੱਗੇਗਾ, ਅਸੀਂ ਅਗਰ ਹੋਰ ਇੰਪਰੂਵਮੈਂਟ ਲੈ ਕੇ ਆਣੇ ਆ। ਜਿੰਬਾ ਸਾਹਿਬ ਇੱਕ ਅੱਜ ਕੱਲ੍ਹ ਬੜਾ ਯੂਜ਼ ਹੋ ਰਿਹਾ ਵਰਡ ਕਿ ਡਿਜੀਟਲ ਕਰ ਦਿਓ ਸਾਰਾ ਕੁਝ, ਰਿਸ਼ਵਤਖੋਰੀ ਜਿਹੜੀ ਹੈਗੀ ਉਹ ਖਤਮ ਹੋ ਜਾਏਗੀ, ਜਿਹੜਾ ਕਰਪਸ਼ਨ ਹੈ ਉਹ ਖਤਮ ਹੋ ਜਾਏਗੀ। ਪੰਜਾਬ ਦੇ ਲੋਕ ਉਡੀਕ ਰਹੇ ਨੇ ਡਿਜੀਟਲ ਦੇ ਨਾਂ ਤੇ ਜਿਹੜੀ ਵੈਬਸਾਈਟ ਹੁੰਦੀ ਹੈ, ਲੋਕ ਕਹਿੰਦੇ ਅਸੀਂ ਕਲਿੱਕ ਕਰਦੇ ਇਹਨਾਂ ਜਾ ਕੇ ਵੈਬਸਾਈਟ ਜਾਂ ਤਾਂ ਖੜ ਜਾਂਦੀ ਹੈ ਜਾਂ ਹੈਂਗ ਹੋ ਜਾਂਦੀ ਹੈ ਜਾਂ ਡਾਟਾ ਤੱਕ ਐਕਸੈਸ ਜਿਹੜੀ ਹੈਗੀ ਹੈ ਲੋਕਾਂ ਨੂੰ ਨਹੀਂ ਮਿਲ ਰਹੀ।
ਕੀ ਪੰਜਾਬ ਸਰਕਾਰ ਕੁਝ ਅਜਿਹੀ ਤਿਆਰੀ ਕਰ ਰਹੀ ਹੈ ਕਿ ਲੋਕਾਂ ਨੂੰ ਜਿਹੜਾ ਰਿਕਾਰਡ ਹੈਗਾ, ਜਿਹੜਾ ਉਹਨਾਂ ਨੂੰ ਚਾਹੀਦਾ ਉਹ ਆਨਲਾਈਨ ਮੁਹੱਈਆ ਕਰਾਇਆ ਜਾ ਸਕੇ ਈਜ਼ੀਲੀ? ਕਿਉਂਕਿ ਦਾਅਵੇ ਤੇ ਸਰ ਬਹੁਤ ਨੇ, ਪਰ ਜਦੋਂ ਐਕਚੁਅਲ ਚ ਅਸੀਂ ਲੱਭਦੇ ਆ ਉਦੋਂ ਸਾਨੂੰ Practical ਚੀਜ਼ picture ਜਿਹੜੀ ਹੈਗੀ ਉਹ ਪ੍ਰੈਕਟੀਕਲੀ ਥੋੜ੍ਹੀ ਜਿਹੀ ਵੱਖਰੀ ਨਹੀਂ ਮਿਲਦੀ। ਦੇਖੋ ਤੁਸੀਂ ਕੋਈ ਡਾਕੂਮੈਂਟ ਫੜਨਾ ਚਾਹੋ ਹੱਥ 'ਚ ਤੇ ਲੈ ਸਕਦੇ ਹੋ, ਕੋਈ ਚੱਕਰ ਨਹੀਂ ਹੈ ਐਸਾ। ਤੇ ਮੈਂ ਡਿਵੈਲਪਮੈਂਟ ਜਿਹੜੀਆਂ ਆਪਣੇ ਵੱਲੋਂ ਰੈਵਨਿਊ ਦੇ ਵਿੱਚ ਹੋ ਰਹੀਆਂ ਉਹ ਤੇ ਵੀ ਮੈਂ ਕੱਢਿਆ ਡਾਕੂਮੈਂਟ ਦੀ ਕੋਈ ਏਡੀ ਗੱਲ ਜੀ ਨਹੀਂ। ਜੀ ਇਹਦੇ ਵਿੱਚ ਤੁਸੀਂ ਗੱਲ, ਤੁਹਾਡਾ ਕੁਐਸਚਨ ਬੜਾ ਜਾਇਜ਼ ਹੈ। ਹੋ ਸਕਦਾ ਕਈ ਵਾਰੀ ਕੋਈ ਚੀਜ਼ਾਂ ਟ੍ਰਾਇਲ ਬੇਸ ਦੇ ਉੱਤੇ ਡਿਪਾਰਟਮੈਂਟ ਦੀ ਨਜ਼ਰ 'ਚ ਨਹੀਂ ਆਉਂਦੀਆਂ, ਪਬਲਿਕ ਨੂੰ ਜ਼ਿਆਦਾ ਪਤਾ ਲੱਗਦਾ। ਤੇ ਡੈਫੀਨੇਟਲੀ ਹੈ, ਮੈਂ ਤੁਹਾਡੇ ਮਾਧਿਅਮ ਨਾਲ ਪਬਲਿਕ ਨੂੰ ਅਪੀਲ ਕਰਨੀ ਚਾਹੁੰਦਾ ਵੀ ਉਹ ਜਿਹੜਾ ਸਾਡਾ ਪੋਰਟਲ ਹੈ ਉਹਦੇ ਤੇ ਕਿਸੇ ਨੂੰ ਅਗਰ ਉਹ ਸੁਵਿਧਾ ਹੁੰਦੀ ਹੈ ਵੀ ਉਹ ਉੱਤੇ ਨਹੀਂ ਰਜਿਸਟਰਡ ਹੋ ਰਿਹਾ ਉਹ ਕੰਮ ਉਹਦਾ, ਉਹ ਡੈਫੀਨੇਟਲੀ ਇਹ ਵੀ ਲਿਖ ਕੇ ਭੇਜਣ ਵੀ ਇੰਨੇ ਤੋਂ ਇੰਨੇ ਵਜੇ ਤੱਕ ਅਸੀਂ ਟਰਾਈ ਕੀਤੀ, ਤੁਹਾਡਾ ਆਨਲਾਈਨ ਸਿਸਟਮ ਨਹੀਂ ਸੀ ਚੱਲ ਰਿਹਾ ਜਾਂ ਉਹ 'ਚ ਕੋਈ ਬ੍ਰੇਕੇਜ ਸੀਗਾ, ਤੇ ਉਹ ਡੈਫੀਨੇਟਲੀ ਆਪਾਂ ਉਹਦੇ ਤੇ ਉੱਤੇ ਜਿਹੜੀ ਵੀ ਏਜੰਸੀ ਨਾਲ ਕੰਮ ਕਰ ਰਹੇ ਹਾਂ ਸਾਡੇ ਅਧਿਕਾਰੀ ਉਹਨਾਂ ਦੇ ਉੱਤੇ ਫੋਕਸ ਕਰੂਗੇ। ਦੇਖੋ ਜਦੋਂ ਆਪਾਂ ਕਿਸੇ ਸਿਸਟਮ ਨੂੰ ਨਵੇਂ ਨੂੰ ਕਰਦੇ ਹਾਂ, ਰਨ ਕਰਦੇ ਹਾਂ, ਤਾਂ ਉਹ ਤੋਂ ਪਤਾ ਲੱਗਦਾ ਟ੍ਰਾਇਲ ਬੇਸਿਸ ਵੀ ਹੁੰਦੇ ਆ ਕਿਸ ਚੀਜ਼ਾਂ ਦੇ, ਲੇਕਿਨ ਮੇਰੇ ਖਿਆਲ ਨਾਲ ਵੀ ਉਹਦੇ ਅੱਛੇ ਰਿਜ਼ਲਟ ਆ ਰਹੇ। ਜਿੱਦਾਂ ਆਪਾਂ ਇੱਕ ਪੋਰਟਲ ਬਣਾਇਆ ਵੀ ਜਿਨ੍ਹਾਂ ਲੋਕਾਂ ਦੀਆਂ ਅੱਜ ਤੱਕ ਲੋਕਾਂ ਦੀਆਂ ਰਜਿਸਟਰੀਆਂ ਹੋ ਗਈਆਂ ਜੀ, ਕਿਸੇ ਕੋਲੋਨਾਈਜ਼ਰ ਨੇ ਉਹਨਾਂ ਨੂੰ ਰਜਿਸਟਰੀ ਕਰਾਤੀ, ਕਿਸੇ ਬਿਲਡਰ ਨੇ ਰਜਿਸਟਰੀ ਕਰਾਤੀ, ਉਹਨਾਂ ਨੂੰ ਕਬਜ਼ਾ ਨਹੀਂ ਦਿੱਤਾ, ਉਹਦੇ ਤੇ ਹੁਣ ਤੱਕ ਸਾਨੂੰ ਮੈਂ ਕਹਿ ਸਕਦਾ 300 ਤੋਂ ਉੱਤੇ ਕੰਪਲੇਂਟ ਆ ਚੁੱਕੀ ਹੈ। ਇਟ ਮੀਨਸ 300 ਆਦਮੀ ਨੇ ਕੰਪਲੇਂਟ ਕੀਤੀ ਹੈ, ਇਹਦਾ ਮਤਲਬ ਸਿਸਟਮ ਚੱਲ ਰਿਹਾ ਸੀ ਤਾਂ ਕੰਪਲੇਂਟ ਆਈ ਹੈ। ਠੀਕ ਹੈ, ਨਹੀਂ ਹੋ ਸਕਦਾ ਕੁਝ ਟਾਈਮ ਲਈ ਕਿਸੇ ਦੀ ਨਾ ਵੀ ਲੱਗੀ ਹੋਵੇ। ਇਹ ਕੰਪਲੇਂਟ ਵਾਲਾ ਸੈਕਸ਼ਨ ਹੋਇਆ। ਜਿਹੜਾ ਮੇਰਾ ਸਵਾਲ ਹੈ ਉਹ ਇਹ ਕਿ ਜਿਹੜੇ ਲੋਕ ਜਿਨ੍ਹਾਂ ਫੈਸਿਲਿਟੀਜ਼ ਦੇ ਲਈ ਜਾ ਕੇ ਲੋਕ ਤਹਿਸੀਲ ਜਾਂਦੇ ਆ, ਪਟਵਾਰੀ ਕਹਿੰਦਾ ਜੀ ਸੇਵਾ ਸ਼ੁਲਕ ਦੇ ਦਿਓ ਛੇਤੀ ਕਰ ਦਿੰਦੇ ਆ, ਤਹਿਸੀਲਦਾਰ ਕਹਿੰਦਾ ਜੀ ਸੇਵਾ ਸ਼ੁਲਕ ਦੇ ਦਿਓ ਛੇਤੀ ਕਰ ਦਿੰਦੇ ਆ, ਉਹ ਕਾਗਜ਼ਾਤ ਜਿਹੜੇ ਹੈਗੇ ਕਿ ਲੋਕਾਂ ਨੂੰ ਆਨਲਾਈਨ ਮੁਹੱਈਆ ਹੋ ਸਕਦੇ ਆ? ਲੋਕਾਂ ਨੇ ਫਰਦ ਕਢਾਣੀ ਹੈ, ਲੋਕਾਂ ਨੇ ਕੋਈ ਨਕਸ਼ਾ ਪਾਸ ਕਰਾਣਾ ਹੈ, ਕੀ ਇਸ ਸਿਸਟਮ ਨੂੰ ਆਨਲਾਈਨ ਕੀਤਾ ਜਾ ਸਕਦਾ? ਬਿਲਕੁਲ, ਕੀ ਅਸੀਂ ਆਪਣੇ ਮੋਬਾਈਲ ਤੇ ਬੈਠੇ ਚੈੱਕ ਕਰ ਸਕਦੇ ਹਾਂ, ਕੱਢ ਸਕਦੇ ਹਾਂ? ਬਿਲਕੁਲ ਇਹਨੂੰ ਕੀਤਾ ਗਿਆ। ਇਹਨੂੰ ਕਾਫੀ ਹੱਦ ਤੱਕ ਇਹਨੂੰ ਤੁਹਾਨੂੰ ਤੁਹਾਡਾ ਸਾਰਾ ਸਿਸਟਮ SMS ਨਾਲ ਔਰ ਤੁਹਾਡੇ ਮੇਲ ਦੇ ਨਾਲ ਜੋੜਿਆ ਜਾ ਰਿਹਾ। ਲੋਕਾਂ ਨੂੰ ਉਹਨੂੰ ਸਾਨੂੰ ਨਾਲ ਜੋੜਨਾ ਚਾਹੀਦਾ, ਆਪਣੇ ਨੰਬਰ ਨੂੰ, ਉਹਨੂੰ ਉਹ ਚੀਜ਼ ਮਿਲੇਗੀ ਔਰ ਪੂਰੇ ਦੁਨੀਆ ਦੇ ਵਿੱਚ ਬੈਠੇ ਮਿਲੇਗੀ। ਅਗਰ ਉਹ ਫਰਦ ਉਹਨੂੰ ਚਾਹੀਦੀ ਹੈ ਤੇ ਉਹ ਅਗਰ ਉਹ ਆਨਲਾਈਨ ਡਿਮਾਂਡ ਕਰੇਗਾ, ਉਹਨੂੰ ਡੈਫੀਨੇਟਲੀ ਉਹਨੂੰ ਬਾਈ ਪੋਸਟ ਵੀ ਪਹੁੰਚੇਗੀ। ਉਹ ਕਿਤੇ ਦੁਨੀਆ 'ਚ ਕੋਨੇ 'ਚ ਬੈਠਿਆ, ਇਹ ਇੱਕ ਵੱਡੀ ਅਚੀਵਮੈਂਟ ਸੀ। ਇਹਦੇ ਵਿੱਚ ਤੁਹਾਨੂੰ ਮੈਂ ਇੱਕ ਹੋਰ ਵੱਡੀ ਅਚੀਵਮੈਂਟ ਅੱਜ ਦੱਸਣ ਲੱਗਾ ਡਿਪਾਰਟਮੈਂਟ ਦੀ, ਜਿਹੜੀ ਜਲਦੀ ਸ਼ੁਰੂ ਹੋ ਰਹੀ ਹੈ ਔਰ ਬੜੀ ਵੱਡੀ ਇਹ ਪ੍ਰਾਪਤੀ ਹੋਏਗੀ ਰੈਵਨਿਊ ਡਿਪਾਰਟਮੈਂਟ ਦੇ ਵਿੱਚ। ਇੱਕ ਮੈਂ ਰੈਵੋਲੂਸ਼ਨਸ ਕਹਿ ਸਕਦਾ ਵੱਡੀ, ਉਹ ਹੈਗੀ ਹੈ ਵੀ ਅਸੀਂ ਇਹਨਾਂ ਦਾ ਸਿਸਟਮ ਕੀ ਸੀ, ਧੱਕਾ ਕਿੱਥੋਂ ਚੱਲਦਾ ਸੀ ਵੀ ਜਦੋਂ ਅਸੀਂ ਕਿਸੇ ਚੀਜ਼ ਦੀ ਪਮਾਇਸ਼ ਕਰਾਉਂਦੇ ਸੀ, ਅਗਰ ਤੁਹਾਡੇ ਜੋ ਕਿਸੇ ਆਪਾਂ ਲੋਕ ਲੈਂਡ ਖਰੀਦਦੇ ਆ, ਐਗਰੀਕਲਚਰ ਲੈਂਡ 'ਚ ਜ਼ਿਆਦਾ ਸਮੱਸਿਆ ਆਉਂਦੀ ਹੈ। ਬਿਲਕੁਲ, ਉਹ ਜਰੀਬ ਸਿਸਟਮ ਸੀਗਾ। ਉਹ ਜਰੀਬ ਵੀ ਪਟਵਾਰੀ ਨੇ ਕਿਤੇ ਬੋਰੀ ਵਾਰੀ 'ਚ ਪਾਈ ਹੁੰਦੀ ਹੈ ਤੇ ਨਾਲ ਉਹਦੇ ਪਿੰਡ ਦਾ ਸਰਪੰਚ ਇੱਕ ਲੰਬੜਦਾਰ ਤੋਰਨਾ ਪੈਂਦਾ ਤੇ ਉਹ ਗਵਾਹ ਹੁੰਦਾ, ਉਹ ਇੱਟ ਚੱਕ ਕੇ ਆਉਣ ਨੂੰ ਕਰ ਦਿੰਦਾ, ਉਹ ਇੱਟ ਚੱਕ ਕੇ ਆਉਣ ਨੂੰ ਕਰ ਦਿੰਦਾ। ਉਹ ਕਹਿੰਦਾ ਨਹੀਂ ਜੀ ਇਹ ਟੈਨ ਨੂੰ ਆ, ਇਹ ਉਸ ਕੋਨੇ 'ਚ ਚੱਲਣੀ ਚਾਹੀਦੀ ਸੀ, ਉਹ ਕਹਿੰਦਾ ਉਸ ਕੋਨੇ 'ਚ ਚੱਲਣੀ ਚਾਹੀਦੀ। ਡਿਪਾਰਟਮੈਂਟ ਨੇ ਉਹਦੇ ਵਿੱਚ ਇੱਕ DGPS ਸਿਸਟਮ ਜਿਹੜਾ ਗਲੋਬਲੀ ਪੋਜੀਸ਼ਨ ਸਿਸਟਮ ਹੋਏਗਾ, ਉਹਨੂੰ ਲਾਂਚ ਜਲਦ ਕਰਨ ਜਾ ਰਹੀ ਹੈ। ਸਮਝ ਲਓ, ਮੇਰੇ ਖਿਆਲ ਕਰ ਦਿੱਤਾ ਹੋਵੇ ਜਾਂ ਕਰ ਰਹੀ ਹੈ। तो मेरे नाल जिहड़ा डिपार्टमेंट दे, क्योंकि आपां पिछले हफ्ते बिजी रहे थोड़ा जिहा, ते पहला बजट ਉਹਦੇ ਸੈਸ਼ਨ ਸੀਗਾ, ਵਿਧਾਨ ਸਭਾ ਸੈਸ਼ਨ ਸੀਗਾ, ਉਹ ਇੱਕ ਬਹੁਤ ਵੱਡੀ ਅਚੀਵਮੈਂਟਸ ਹੋਏਗੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਦੇ ਨਾਲ ਬਹੁਤ ਸਾਰੇ ਕੇਸ ਜਿਹੜੇ ਆ, ਕਿਉਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਉਹਨੇ ਝੂਠ ਬੋਲਣਾ ਨਹੀਂ। ਅਸੀਂ ਅੱਜ ਸਾਰੇ ਇਸ ਚੀਜ਼ ਨੂੰ GPS ਸਿਸਟਮ ਨੂੰ ਯੂਜ਼ ਕਰ ਰਹੇ ਹਾਂ ਔਰ ਇੱਕ ਵੱਡੀ ਪ੍ਰਾਪਤੀ ਹੈ। ਤੇ ਤੁਹਾਡੇ ਵਾਲਾ ਜਿਹੜਾ ਡਿਪਾਰਟਮੈਂਟ ਹੈ ਉਸ ਨੂੰ ਇਹ ਕਿਹਾ ਜਾਂਦਾ ਹੈ ਕਿ ਕਮਾਊ ਪੁੱਤ ਜਿਹੜਾ ਹੈਗਾ ਹੈ, ਅਸੀਂ ਇਸ ਤੋਂ ਪਹਿਲਾਂ ਮੇਰੇ ਸਹਿਯੋਗੀ ਵਿਜੇ ਤੇ ਗੌਰਵ ਗੱਲ ਕਰ ਰਹੇ ਸੀਗੇ ਫਾਈਨੈਂਸ ਮਿਨਿਸਟਰ ਦੇ ਨਾਲ ਕਿ ਕਮਾਊ ਡਿਪਾਰਟਮੈਂਟ ਕਿਹੜਾ ਹੈਗਾ, ਉਹਨਾਂ ਨੇ ਹਜੇ ਰੈਵਨਿਊ ਦਾ ਨਾਂ ਨਹੀਂ ਲਿਆ। ਤੇ ਰੈਵਨਿਊ ਦਾ ਨਾਂ ਜਿਹੜਾ ਨਹੀਂ ਲਿਆ ਉਸ ਦੇ ਪਿੱਛੇ ਪਿਛਲੀਆਂ ਸਰਕਾਰਾਂ ਦੀਆਂ ਵੀ ਵਜ੍ਹਾ ਹੋ ਸਕਦੀਆਂ ਨੇ ਤੁਹਾਡੇ ਕੋਲ ਇਸ ਟਾਈਮ ਕਹਿਣ ਲਈ, ਕਿਉਂਕਿ 3 ਮਹੀਨੇ ਤੁਹਾਨੂੰ ਸਰਕਾਰ ਵਿੱਚ ਆਏ ਨੂੰ ਹੋਏ ਨੇ। ਰੈਵਨਿਊ ਡਿਪਾਰਟਮੈਂਟ ਨੂੰ ਕੀ ਲੱਗਦਾ ਹੈ, ਕਮਾਊ ਪੁੱਤ ਤਾਂ ਕਮਾ ਰਿਹਾ ਹੈ, ਖਰਚਾ ਕਿੱਥੇ ਹੋ ਰਿਹਾ ਹੈ, ਨਜਾਇਜ਼ ਖਰਚਾ ਕਿੱਥੇ ਹੋ ਰਿਹਾ ਜਿਹੜਾ ਰੋਕਿਆ ਜਾ ਸਕਦਾ ਹੈ? ਜਿਹੜਾ ਨਜਾਇਜ਼ ਖਰਚਾ ਕਿੱਥੇ ਹੋ ਰਿਹਾ ਰੋਕਿਆ ਜਾ ਸਕਦਾ ਹੈ, ਜਿਸ ਦੇ ਨਾਲ ਰੈਵਨਿਊ ਤਾਂ ਕਿਉਂਕਿ ਸਰਕਾਰ ਦਾ ਹੀ ਹੈ ਨਾ, ਜੇ ਖਰਚਾ ਨਹੀਂ ਹੋਏਗਾ ਤਾਂ ਰੈਵਨਿਊ ਬਚੇਗਾ, ਆਮਦਨ ਬਚੇਗੀ। ਅਸਲ ਦੇ ਵਿੱਚ ਤਾਂ ਮੋਟੀ ਚੀਜ਼ ਜਿੰਪਾ ਜੀ ਰਿਸ਼ਵਤ ਦਾ ਜਿਹੜਾ ਖੇਲ ਹੈ, ਜਿਹੜਾ ਪੈਸਾ ਆਉਣਾ ਚਾਹੀਦਾ ਹੈ, ਚਲੋ ਕਲੈਕਟਰ ਰੇਟ ਤਾਂ ਜੋ ਹੈ ਸਰਕਾਰ ਨੂੰ ਉਸ ਦੇ ਮੁਤਾਬਕ ਮਿਲਦੇ ਆ ਪੈਸੇ, ਪਰ ਜਿੰਨਾ ਪੈਸਾ ਗੋਲਮੋਲ ਹੋ ਜਾਂਦਾ ਹੈ, ਜਿੰਨਾ ਪੈਸਾ ਤੁਸੀਂ ਜਿਵੇਂ ਕਮਰਸ਼ੀਅਲ ਹੈ ਕਿਸੇ ਸਾਈਟ ਨੂੰ ਤੁਸੀਂ ਦੂਜੀ ਦਿਖਾ ਕੇ ਬਹੁਤ ਸਾਰੇ ਪਰਚੇ ਦਰਜ ਹੋਏ ਆ ਕਿ ਤੁਸੀਂ ਉਸ ਤੇ ਸਰਕਾਰ ਦਾ ਰੈਵਨਿਊ ਉਡਾਤਾ,
ਸੋ ਬੇਸਿਕਲੀ ਤੁਹਾਨੂੰ ਕੀ ਲੱਗਦਾ ਕਿ ਇਹ ਚੀਜ਼ਾਂ ਕਿੰਨਾ ਕੁ ਰੈਵਨਿਊ ਦੇ ਵਿੱਚ ਤੁਹਾਨੂੰ ਬੂਸਟ ਕਰਨਗੀਆਂ ਦੇਖੋ ਜੇ ਇਹਨਾਂ ਨੂੰ ਕੰਟਰੋਲ ਕਰ ਪਾਓਗੇ 100% ਤਾਂ ਬਿਲਕੁਲ ਠੀਕ ਹੈ। ਹੂੰ ਇਹ ਬੜਾ ਵੱਡਾ ਤੁਹਾਡਾ ਕੁਐਸਚਨ ਹੈ। ਅਕਸਰ ਇਦਾਂ ਹੁੰਦਾ, ਬਹੁਤ ਸਾਰੇ ਪਰਚੇ ਦਰਜ ਹੋਏ ਆ ਪਿਛਲੇ ਪਰਚੇ time ਦੇ ਦਰਜ ਵਿੱਚ। ਹੋਇਆ। ਹਾਂ, ਉਹ ਜਿੰਨੀਆਂ ਅਸੀਂ ਦੇਖੋ ਸਾਡੇ ਕੋਲ ਪਾਰਟਿਕੂਲਰ ਜਿੰਨਾ ਕਿ ਕੰਪਲੇਂਟਸ ਪਹੁੰਚੇਗੀ ਜੀ ਉੱਤੇ ਐਕਸ਼ਨ ਹੋ ਸਕਦਾ। ਔਰ ਡੈਫੀਨੇਟਲੀ ਇਹ ਵੀ ਲੋਕ, ਮੈਂ ਕਹਿੰਦਾ ਵੀ ਸਾਡੇ ਨਾਲ ਤੁਹਾਡੇ ਮਾਧਿਅਮ ਰਾਹੀਂ ਸਾਡੇ ਨਾਲ ਸੰਪਰਕ ਕਰਨ। ਜੀ ਸਾਡੇ ਡਿਪਾਰਟਮੈਂਟ ਨੂੰ ਸਾਡਾ ਜਿਹੜਾ ਪੋਰਟਲ ਤੇ ਸਾਡਾ ਮੇਲ ਪੋਰਟਲ ਹੈ ਉੱਤੇ ਸਾਨੂੰ ਕੰਪਲੇਂਟ ਆਪਣੀ ਜ਼ਰੂਰ ਭੇਜਣ। ਅਗਰ ਇਦਾਂ ਦੀ ਆਉਂਦੀ ਅਸੀਂ ਤੁਰੰਤ ਕਾਰਵਾਈ ਕਰਦੇ ਪਏ। ਪਹਿਲਾਂ ਤਾਂ ਮੈਂ ਕਹਿ ਸਕਦਾ ਬੜੀ ਡਾਇਰੈਕਟ ਮਿਲੀ ਭਗਤ ਸੀਗੀ, ਲੇਕਿਨ ਹੁਣ ਜਿਹੜਾ ਹੈ ਸਰਕਾਰ ਕਿਉਂਕਿ ਇਹ ਤੇ ਤਿਆਰ ਬੈਠੀ ਹੈ ਵੀ ਰੈਵਨਿਊ ਦੀ ਕਲੈਕਸ਼ਨ ਵਧੇ ਔਰ ਲੋਕਾਂ ਦਾ ਪੈਸਾ ਲੋਕਾਂ ਦੇ ਉੱਤੇ ਖਰਚ ਹੋਵੇ ਸਹੀ ਤਰੀਕੇ ਦੇ ਨਾਲ। ਉਹਦੇ ਲਈ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਅਪੀਲ ਕਰਦਾ ਵੀ ਅਗਰ ਇਦਾਂ ਦੇ ਤੁਹਾਨੂੰ ਕੋਈ ਕੇਸ ਨਜ਼ਰ ਆਉਂਦੇ ਆ ਸਾਡੇ ਪੋਰਟਲ ਤੇ ਜ਼ਰੂਰ ਸਾਨੂੰ ਭੇਜਣ, ਅਸੀਂ ਉੱਤੇ ਕਾਰਵਾਈ ਕਰਾਂਗੇ ਔਰ ਤੁਰੰਤ ਕਰਾਂਗੇ। ਇਹ ਵੀ ਗੱਲ ਨਾਲ ਤੁਰੰਤ, ਮੈਂ ਜਿੱਥੇ ਵੀ ਮੈਨੂੰ ਪਤਾ ਲੱਗਦਾ ਜੀ ਤੇ ਉੱਥੇ ਅਸੀਂ ਡਿਪਟੀ ਕਮਿਸ਼ਨਰ ਕੋਲ ਰਿਪੋਰਟ ਮੰਗਦੇ ਕਿਉਂਕਿ ਉੱਥੇ ਡਿਪਟੀ ਕਮਿਸ਼ਨਰ ਉਹਨੂੰ ਚੈੱਕ ਕਰਦਾ ਰਿਪੋਰਟ, ਠੀਕ ਹੈ, ਤੁਰੰਤ ਮੰਗ ਲਈ। ਅਗਰ ਕੱਲ ਨੂੰ ਡਿਪਟੀ ਕਮਿਸ਼ਨਰ ਦੀ ਰਿਪੋਰਟ ਕਿਉਂਕਿ ਜਲਦੀ ਉਹ ਕੋਸ਼ਿਸ਼ ਨਹੀਂ ਕਰੇਗਾ ਕਿ ਰਿਪੋਰਟ ਕੋ ਗਲਤ ਸਬਮਿਟ ਕਰੇ ਤੇ ਉੱਤੇ ਸਾਨੂੰ ਬਿਲੀਵ ਕਰਨਾ ਪੈਂਦਾ। ਅਗਰ ਕਿਤੇ ਫੇਰ ਵੀ ਉਦਾਂ ਦਾ ਮਸਲਾ ਆਂਦਾ ਉਹਨੂੰ ਅੱਗੇ ਕਮੇਟੀ ਬੈਠੀ ਹੈ, ਐਫਸੀਆਰ ਸਾਹਿਬ ਬੈਠੇ ਆ। ਜੀ ਤੁਸੀਂ ਜਦੋਂ ਸ਼ੁਰੂਆਤ ਕੀਤੀ ਇਸ ਦੀ, ਇਹ ਮਹਿਕਮਾ ਤੁਹਾਨੂੰ ਮਿਲਿਆ, ਸਭ ਤੋਂ ਵੱਧ ਦਿੱਕਤ ਕਿੱਥੇ ਹੈ? ਕਿਸ ਚੀਜ਼ ਨੂੰ ਬਦਲਣ ਦੇ ਵਿੱਚ? ਜੇ ਬਦਲਾਵ ਦੀ ਗੱਲ ਤੁਸੀਂ ਕਰਦੇ ਹੋ, ਸਿਸਟਮ ਬਦਲਣ ਦੀ ਗੱਲ ਤੁਸੀਂ ਕਰਦੇ ਹੋ, ਜੇ ਤੁਹਾਨੂੰ ਲੱਗਦਾ ਕਿ ਤੁਸੀਂ ਆਪਦੇ ਮਹਿਕਮੇ 'ਚ ਕੁਝ ਚੀਜ਼ ਬਦਲ ਪਾਏ ਹੋ, ਕਿਹੜੀਆਂ ਚੀਜ਼ਾਂ 'ਚ ਦਿੱਕਤ ਆਈ ਸਭ ਤੋਂ ਜ਼ਿਆਦਾ ਜਾਂ ਆ ਰਹੀ ਹੈ? ਦੇਖੋ, ਇੱਕ ਤਾਂ ਮੈਂ ਲੋਕਾਂ ਨੂੰ ਕਹਿਣਾ ਬਿਲਕੁਲ ਪੈਸਾ ਦੇਣ ਦੀ ਲੋੜ ਨਹੀਂ ਸੀ ਅਗਰ ਉਹਨਾਂ ਦਾ ਕੰਮ ਠੀਕ ਹੈ। ਲੋਕ, ਮੈਂ ਇੱਥੋਂ ਤੁਹਾਡੇ ਮਾਧਿਅਮ ਨਾਲ ਅਪੀਲ ਕਰਦਾ, ਰੋਕਣ ਦੀ ਕੀ ਲੋੜ ਸੀ? ਪੈਸਾ ਲੋਕ ਸਰ ਮਰਜ਼ੀ ਨਾਲ ਨਹੀਂ ਦਿੰਦੇ। ਮੈਂ ਬਿਲਕੁਲ ਠੀਕ ਹੈ ਤੁਹਾਡੀ ਗੱਲ। ਉਹਨਾਂ ਦੇਖੋ ਮਾਹੌਲ ਐਸਾ ਪੈਦਾ ਕਰ ਦਿੱਤਾ ਜਾਂਦਾ ਕਿ ਮਜਬੂਰੀ ਚੱਕ ਕੇ ਬੰਦਾ ਕਹਿੰਦਾ ਯਾਰ 10 ਕਿੰਨੇ ਲੈਣੇ ਆ, ਤੁਹਾਡਾ ਕੰਮ ਕਰ ਦੇ। ਲੋਕ ਚਾਹੁੰਦੇ ਕਿ ਕੰਮ ਛੇਤੀ ਹੋਵੇ ਤੇ ਕੰਮ ਕਹਿੰਦੇ ਜੀ ਛੇਤੀ ਤਾਂ ਹੀ ਹੋਊਗਾ ਜਦੋਂ ਇੱਕ ਹਰਾ ਜਾਂ ਗੁਲਾਬੀ ਨੋਟ ਜਿਹੜਾ ਹੈਗਾ ਉਹ ਫਾਈਲ ਦੇ ਨਾਲ ਨੱਥੀ ਹੋ ਜਾਏਗਾ, ਫਿਰ ਫਾਸਟ ਹੋ ਜਾਏਗਾ। ਠੀਕ ਗੱਲ ਕਰਦੇ ਆ, ਅਸੀਂ ਸਾਰੇ ਕਿਤੇ ਨਾ ਕਿਤੇ ਦਾ ਸ਼ਿਕਾਰ ਆ। ਜਿਹਨੇ ਵੀ ਰਜਿਸਟਰੀ ਕਰਾਈ ਹੋਊਗੀ, ਜੇ ਮੈਂ ਕਰਾਈ ਹੈ ਤਾਂ ਮੈਂ ਵੀ ਦਾ ਇਹ ਤੋਂ ਬੰਦ ਨਹੀਂ ਰਿਹਾ ਹੋਣਾ, ਕਿਸੇ ਟਾਈਮ ਵੀ ਕਰਾਈ ਹੋਵੇ। ਮੇਰਾ ਕਹਿਣ ਦਾ ਮਕਸਦ ਇਹ ਸੀ ਇਹਨੂੰ ਰੋਕ ਵੀ ਪਬਲਿਕ ਹੀ ਸਕਦੀ ਹੈ। ਠੀਕ ਹੈ, ਦੇਖੋ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਲੋਕਾਂ ਦਾ ਹੈ ਇਹਨੂੰ ਰੋਕਣ ਦੇ ਵਿੱਚ। ਸਾਨੂੰ ਅਗਰ ਅਸੀਂ ਇਹ ਚਾਹੁੰਦੇ ਹਾਂ ਵੀ ਮੈਂ ਸਫ਼ਰ ਨਾ ਕਰਾਂ, ਮੇਰਾ ਟਾਈਮ ਬਚ ਜਵੇ, ਮੈਂ ਅੱਜ ਆਪਣੇ ਬਜ਼ੁਰਗ ਆਦਮੀ ਨੂੰ ਲੈ ਕੇ ਰਜਿਸਟਰੀ ਕਰਾਉਣਾ ਆ, ਮੈਂ ਇਹਨੂੰ ਦੁਬਾਰਾ ਕਿੱਥੇ ਤਕਲੀਫ ਚ ਪਾਵਾਂਗਾ? ਠੀਕ ਹੈ, ਗੱਲ ਉਹਨਾਂ ਦੀ ਬਿਲਕੁਲ ਦਰੁਸਤ ਹੈ, ਵਾਜਬ ਗੱਲ ਹੈ। ਹਾਂਜੀ, ਵਾਜਬ ਗੱਲ ਹੈ। ਪਰ ਸਰ ਇੱਕ ਗੱਲ ਹੋਰ ਹੈ, ਫਿਰ ਜੇ ਉਹਨੂੰ ਸਾਡੇ ਕੋਲ ਲਿਆਂਦਾ ਨਹੀਂ ਜਾਏਗਾ ਇਸ ਮਸਲੇ ਨੂੰ ਤੇ ਉਹਦਾ ਫਿਰ ਹੱਲ ਵੀ ਤਾਂ ਤਦ ਹੋ ਸਕਦਾ। ਉਹਦੇ ਤੇ ਅਸੀਂ ਫੋਕਸ ਕਰ ਦਿੱਤਾ ਪੂਰਾ। ਠੀਕ ਹੈ, ਉਹਦੇ ਤੇ ਪੂਰਾ ਜਿਹਨੂੰ ਕਹਿੰਦੇ ਆ ਅਸੀਂ ਦਬਕਾ ਨਹੀਂ ਮਾਰਿਆ, ਅਸੀਂ ਉਹਨੂੰ ਕਿਹਾ ਵੀ ਬਿਲਕੁਲ ਤੁਹਾਨੂੰ ਬਖਸ਼ਾਂਗੇ ਨੇ। ਠੀਕ ਹੈ, ਦੇਖੋ ਇਹ ਚੀਜ਼ ਸੀਗੀ। ਔਰ ਮੈਂ ਲੋਕਾਂ ਨੂੰ ਇਹਨੂੰ, ਇਹ ਬੜਾ ਇੱਕ ਡਿਫਿਕਲਟ ਮੈਟਰ ਹੈਗਾ। ਅਸੀਂ ਕਰਦੇ ਕੀ ਹੁਣ ਦਿੱਕਤ, ਮੈਂ ਬੜੀ ਓਪਨਲੀ ਤੁਹਾਨੂੰ ਗੱਲ ਕਰਨੀ ਚਾਹੁੰਦਾ। ਸਾਨੂੰ ਲੱਗਦਾ ਇੱਕ ਤਾਂ ਤੁਸੀਂ ਦੋ ਐਂਗਲ ਦੱਸੇ ਆ, ਕਮਰਸ਼ੀਅਲ ਔਰ ਰੈਜ਼ੀਡੈਂਸ਼ੀਅਲ। ਅਸੀਂ ਚਾਹੁੰਦੇ ਹਾਂ ਸਾਡੀ ਬੱਚਤ ਹੋਵੇ ਜੀ। ਹਰੇਕ ਆਦਮੀ ਚਾਹੁੰਦਾ ਵੀ ਯਾਰ ਮੇਰਾ ਕਮਰਸ਼ੀਅਲ ਤਾਂ ਬਹੁਤ ਜ਼ਿਆਦਾ ਲੱਗਣਾ, ਮੇਰਾ ਸਟੰਪ ਡਿਊਟੀ ਬਹੁਤ ਜ਼ਿਆਦਾ ਲੱਗਣੀ ਹੈ। ਕਈ ਵਾਰੀ ਲੋਕ ਹੀ ਕਹਿੰਦੇ ਆ ਕਿ ਇਹਨੂੰ ਕਰ ਦਿਓ, ਕਰਵਾ ਦਿਓ। ਇੱਕ ਮਿੰਟ ਠਹਿਰ ਜਾਓ। ਅਗਰ ਉਹ ਕੇਸ ਕਰਾਏਗਾ ਤਾਂ ਫਿਰ ਮੇਰਾ ਜਿਹੜਾ ਅਧਿਕਾਰੀ ਬੈਠਾ ਉਹਨੂੰ ਕਿਉਂ ਕਰੇਗਾ? ਉਹ ਤਾਂ ਕੁਝ ਲੈ ਕੇ ਹੀ ਕਰੇਗਾ ਨਾ ਜੀ। ਮੈਂ ਸਪਸ਼ਟ ਗੱਲ ਹੈ, ਤੁਹਾਨੂੰ ਵੀ ਪਤਾ। ਔਰ ਅਗਰ ਲੋਕ ਅਗਲੇ ਦੀ ਰਜਿਸਟਰੀ ਸਹੀ ਹੈ ਤਾਂ ਫਿਰ ਉਹਨੂੰ ਇੱਕ ਪਾਈ ਵੀ ਦੇਣ ਦੀ ਲੋੜ ਨਹੀਂ, ਕਿਉਂ ਦੇਗਾ? ਬਿਲਕੁਲ ਠੀਕ ਹੈ, ਲਿਆਵੇ ਉਹਦੀ ਰਜਿਸਟਰੀ ਰੋਕਣ ਵਾਲਾ। ਉਹਨੂੰ ਮੇਰੇ ਕੋਲ ਕੁਝ, ਮੈਂ ਉਹਨੂੰ ਤੁਰੰਤ ਪੁੱਛਦਾ, ਮੇਰੇ ਕੋਲ ਤੁਰੰਤ ਫੋਨ ਜਾਂਦਾ, ਤੁਰੰਤ ਮੇਰਾ ਆਪਣਾ ਫੋਨ ਜਾਂਦਾ ਮੇਰੇ। ਮੈਂ ਡਿਪਾਰਟਮੈਂਟ ਕੋਈ ਮੈਨੂੰ ਡਿਪੈਂਡ ਕਰਦਾ, ਆਪ ਕਰਦਾ। ਹਾਂਜੀ ਦੱਸੋ ਜੀ, ਤੁਸੀਂ ਇਹਨਾਂ ਦੀ ਰਜਿਸਟਰੀ ਅਗਰ ਸਟਾਪ ਕੀਤੀ, ਕਿਉਂ ਕੀਤੀ? ਕਾਰਨ ਦੱਸੋ। ਤੇ ਫਿਰ ਜੇ ਤੁਹਾਡੀ ਮਿਨਿਸਟਰੀ ਇਦਾਂ, ਅੱਗੇ ਤਾਂ ਸੁਣਵਾਈ ਕਿਤੇ ਨਹੀਂ ਸੀ। ਮੇਰੇ ਕੋਲ ਜਦੋਂ ਮੈਂ ਰੈਵਨਿਊ ਡਿਪਾਰਟਮੈਂਟ ਸਾਹਮਣੇ, ਤੁਸੀਂ ਬਿਲੀਵ ਕਰਿਓ, ਪਹਿਲੇ 15 ਦਿਨ ਚ ਇਦਾਂ ਦੇ ਕੇਸ ਆਏ ਮੇਰੇ ਕੋਲ। ਉਹ ਕਹਿੰਦੇ ਜੀ ਅਸੀਂ ਤਾਂ ਆਸ ਹੀ ਛੱਡ ਚੁੱਕੇ ਹਾਂ ਤੇ ਸਾਨੂੰ ਇਨਸਾਫ ਮਿਲੇਗਾ। ਅੱਛਾ ਜਿੰਬਲ ਸਾਹਿਬ, ਇੱਕ ਮਹਿਕਮਾ ਜਿਹੜਾ ਦੂਜਾ ਵੀ ਤੁਹਾਡੇ ਕੋਲ ਹੈਗਾ ਉਹਦੇ ਬਾਰੇ ਬਿਲਕੁਲ ਮੈਂ ਉਸੇ ਤੇ ਅਸੀਂ ਆ ਰਹੇ ਹਾਂ। ਵੈਸੇ ਤੁਹਾਡੇ ਦੋਵੇਂ ਡਿਪਾਰਟਮੈਂਟ ਦੇ ਨਾਲ ਇੱਕ ਸਵਾਲ ਬੜਾ ਕਾਮਨ ਹੈ ਕਿ ਦੋਵਾਂ ਦੇ ਵਿੱਚ ਫਲੋ ਦੀ ਗੱਲ ਹੁੰਦੀ ਹੈ ਤੇ ਸਾਫ਼ ਸੁਥਰਾ ਫਲੋ ਹੋਵੇ। ਰੈਵਨਿਊ ਕੋਲ ਪੈਸਾ ਆਉਂਦਾ ਤਾਂ ਉਹ ਸਾਫ਼ ਸੁਥਰਾ ਆਉਣਾ ਚਾਹੀਦਾ, ਫਲੋ ਵਿੱਚ ਆਉਣਾ ਚਾਹੀਦਾ। ਪਾਣੀ ਦੇ ਵਸੀਲਿਆਂ ਨੂੰ ਲੈ ਕੇ ਵੀ ਇਹ ਫਲੋ ਹੋਣਾ ਚਾਹੀਦਾ ਤੇ ਸਾਫ਼ ਸੁਥਰਾ ਹੋਣਾ ਚਾਹੀਦਾ। ਅਸੀਂ ਜਦੋਂ ਕੰਪੈਰੀਜ਼ਨ ਕਰਦੇ ਹਾਂ ਵਿਦੇਸ਼ਾਂ ਵਿੱਚ ਇਸ ਤਰ੍ਹਾਂ ਦੇ ਹਾਲਾਤ ਨੇ, ਕਈ ਥਾਂ ਤੇ ਅਜਿਹਾ ਹੈ ਕਿ ਟੈਪ ਵਾਟਰ ਜਿਹੜਾ ਹੈਗਾ ਉਹ ਡਰਿੰਕਿੰਗ ਵਾਟਰ, ਅਸੀਂ ਅੱਜ ਵੀ ਪੀਣ ਵਾਲੇ ਪਾਣੀ ਵਾਸਤੇ ਪੀਣ ਵਾਲੇ ਪਾਣੀ ਦੀ ਲੜਾਈ ਹੈਗੀ ਹੈ। ਔਰ ਪੰਜ ਆਬ ਦੀ ਇਹ ਲੜਾਈ ਹੈ, ਪੰਜ ਦਰਿਆਵਾਂ ਦੀ ਧਰਤੀ ਦੀ ਲੜਾਈ ਹੈਗੀ ਹੈ। ਪੰਜਾਬ ਦਾ ਪਾਣੀ
ਕੋਈ ਉਹਨੂੰ ਲੈ ਕੇ Tap water ਕਦੋਂ ਤੱਕ ਹੋ ਜਾਏਗਾ? ਕੁਝ ਬਦਲੇਗੀ ਉਸ ਦੇ ਵਿੱਚ? ਦੇਖੋ ਵਾਟਰ ਸਪਲਾਈ ਜਿਹੜਾ ਸੀਗਾ ਹੂੰ ਇਹਦੇ 'ਚ ਬਹੁਤ ਵੱਡੀ ਅਮੈਂਡਮੈਂਟ ਸੀ, ਕਈ ਜਗ੍ਹਾ ਲੋੜ ਹੈ। ਪ੍ਰੋਜੈਕਟ ਸੀਗੇ, ਪ੍ਰੋਜੈਕਟ ਚੱਲ ਨਹੀਂ ਸੀ ਰਹੇ। ਹੂੰ ਪ੍ਰੋਜੈਕਟ ਜਿੱਦਾਂ ਨਵਾਰਡ ਤੋਂ ਸਪੋਰਟਡ ਸੀਗੇ, ਜੀ ਵਰਲਡ ਬੈਂਕ ਤੋਂ ਸਪੋਰਟਡ ਸੀਗੇ, ਬਟ ਜਿੰਨੀ ਤੇਜ਼ੀ ਨਾਲ ਐਗਜ਼ੀਕਿਊਸ਼ਨ ਚਾਹੀਦੀ ਉਹ ਨਹੀਂ ਹੋ ਰਹੀ ਸੀ। ਹੂੰ 3 ਮਹੀਨੇ ਦੀ ਸਰਕਾਰ ਨੇ ਇਹਨੂੰ ਬਹੁਤ ਫਾਸਟੀ ਮੂਵਮੈਂਟ ਤੇ ਇਹਨਾਂ ਚੈੱਕ ਆਊਟ ਕਰਕੇ ਕਿਹਾ ਵੀ ਇਹਨੂੰ ਫਟਾਫਟ ਕੰਪਲੀਟ ਕਰੋ, ਜਿਹੜੇ ਵਾਟਰ ਸਪਲਾਈ ਨਾਲ ਸੰਬੰਧਿਤ ਪ੍ਰੋਜੈਕਟ ਹੈ। ਜੀ ਕਾਰਨ ਕੀ ਹੈ ਕਿ ਬਹੁਤ ਸਾਰੇ ਏਰੀਅਮ ਸੀਗੇ ਜਿਨ੍ਹਾਂ 'ਚ ਪਾਣੀ 'ਚ ਯੂਰੇਨੀਅਮ ਹੈ, ਹੂੰ ਕਿਤੇ ਆਰਸੈਨਿਕ ਐਸਿਡ ਹੈ। ਇਹ ਬਹੁਤ ਡਿਫਿਕਲਟੀ ਹੈ। ਗਰਾਊਂਡ ਵਾਟਰ ਦੇ ਵਿੱਚ ਦੋ ਚੀਜ਼ਾਂ ਨੂੰ ਫੇਸ ਕਰ ਰਹੇ ਹਾਂ ਆਪਾਂ। ਇੱਕ ਤਾਂ ਗਰਾਊਂਡ ਵਾਟਰ ਖਤਮ ਹੋ ਰਿਹਾ, ਹੂੰ ਔਰ ਦੂਜਾ ਜਿਹੜੇ ਗਰਾਊਂਡ ਵਾਟਰ ਕਿਤੇ ਅਸੀਂ ਡਰਿੰਕਿੰਗ ਵਾਟਰ ਦੇ ਰੂਪ ਯੂਜ਼ ਕਰਦੇ ਉਹ ਵੀ ਖਤਰਨਾਕ ਹੈ। ਜੀ ਉਹਦੇ ਲਈ ਵਾਟਰ ਸਪਲਾਈ ਦੇ ਜਿਹੜਾ ਸੀਗਾ ਪਬਲਿਕ ਹੈਲਥ ਨੂੰ ਕਹਿੰਦੇ ਪਹਿਲਾਂ, ਹਾਂਜੀ। ਵਾਟਰ ਸਪਲਾਈ ਜਿਹੜਾ ਇਹ ਵੱਡੇ ਪੱਧਰ ਤੇ ਕੰਮ ਕਰ ਰਿਹਾ, ਔਰ ਤਕਰੀਬਨ ਮੈਂ ਕਹਿ ਸਕਦਾ ਉਹ 1100 ਕਰੋੜ ਰੁਪਏ ਦੇ ਪ੍ਰੋਜੈਕਟ ਜਿਹੜੇ ਹੈ ਜਲਦ ਸਰਕਾਰ ਜਿਹੜੇ ਆ ਜਿੱਥੇ ਉਹਨਾਂ ਦਾ ਕੰਮ ਉੱਤੇ ਚੱਲ ਰਿਹਾ ਔਰ ਉਹਨੂੰ ਫਾਸਟ ਐਗਜ਼ੀਕਿਊਸ਼ਨ ਹੋਏਗੀ। ਚਲ ਧੰਨਵਾਦ ਸਰ, ਬਹੁਤ-ਬਹੁਤ ਸਾਡੇ ਨਾਲ ਸ਼ੁਕਰੀਆ ਜੁੜੇ, ਸਰ, ਤੁਸੀਂ ਬਹੁਤ-ਬਹੁਤ ਸਮਾਂ ਸ਼ੁਕਰੀਆ। ਕੱਢਿਆ, ਬਹੁਤ ਬਹੁਤ ਬਹੁਤ-ਬਹੁਤ ਸ਼ੁਕਰੀਆ। ਸਰਕਾਰ ਦਾ ਇਹ ਡਿਪਾਰਟਮੈਂਟ ਖਾਸ ਕਰਕੇ ਜਿਸ ਦੀ ਜ਼ਿੰਮੇਵਾਰੀ ਜ਼ਿੰਪਾ ਜੀ ਕੋਲ ਹੈ, ਬਹੁਤ ਇੱਕ ਕਮਾਊ ਪੁੱਤ ਮੰਨਿਆ ਜਾਂਦਾ ਹੈ। ਰੈਵਨਿਊ ਡਿਪਾਰਟਮੈਂਟ ਹੈ ਔਰ ਇੱਥੋਂ ਹੀ ਅੱਗੇ ਜਿਹੜਾ ਹੈ ਸਰਕਾਰ ਨੇ ਜਿੰਨੇ ਵਿਕਾਸ ਕਾਰਜ ਕਰਨੇ ਹੈ ਜਾਂ ਜਿਨ੍ਹਾਂ ਵਾਸਤੇ ਪੈਸਾ ਲਾਉਣਾ ਹੈ ਉਦੋਂ ਇਹਨਾਂ ਡਿਪਾਰਟਮੈਂਟਾਂ ਤੇ ਨਜ਼ਰ ਰਹਿੰਦੀ ਹੈ। ਕੋਸ਼ਿਸ਼ ਕੀਤੀ ਹੈ ਅਸੀਂ ਕਿ ਨਵੀਆਂ ਚੀਜ਼ਾਂ ਹੋ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ ਕੀ ਹੋਈਆਂ ਜਾਂ ਅੱਗੇ ਕੀ ਪਲਾਨਸ ਨੇ, ਔਰ ਅੱਗੇ ਵੀ ਅਸੀਂ ਇਸ ਤੇ ਕੋਸ਼ਿਸ਼ ਕਰਦੇ ਰਵਾਂਗੇ ਕਿ ਕੀ ਉਸ ਦੇ ਵਿੱਚ ਚੇਂਜਸ ਆਏ। ਫਿਰ ਦੁਬਾਰਾ ਨਿਊਜ਼ 18 ਤੇ ਬੁਲਾ ਕੇ ਪੰਜਾਬ ਦੀ